ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਬਹੁਤ ਹੀ ਖੂਬਸੂਰਤ ਗੁਲੂਕਾਰ, ਬਹੁਤ ਹੀ ਖੂਬਸੂਰਤ ਇਨਸਾਨ ਮੁਹੰਮਦ ਤੈਮੂਰ ਅਫਗਾਨੀ ਮੌਜੂਦ ਨੇ। ਉਹ ਨਾ ਸਿਰਫ ਗੁਲੂਕਾਰ ਬਲਕਿ ਬਹੁਤ ਅੱਛੀ ਸ਼ਾਇਰੀ ਵੀ ਕਰਦੇ ਆ। ਜਦੋਂ ਤੁਸੀਂ ਉਹਨਾਂ ਦਾ ਕਲਾਮ ਸੁਣੋਗੇ ਤੇ ਉਹਨਾਂ ਸੂਫੀਆ ਕਰਾਮ ਦਾ ਕਲਾਮ ਜੋ ਉਹ ਗਾਉਂਦੇ ਨੇ ਤੇ ਤੁਸੀਂ ਹੈਰਾਨ ਰਹਿ ਜਾਓਗੇ। ਜਦੋਂ ਕਲਾਮ ਨੂੰ ਗਾਉਂਦੇ ਨੇ ਤੇ ਹਰ ਪਾਸੇ ਇੱਕ ਖਾਮੋਸ਼ੀ ਜੀ ਤਾਰੀ ਹੋ ਜਾਂਦੀ। ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹ ਸੂਫੀਆ ਦੇ ਕਲਾਮ ਨੂੰ ਗਾਉਂਦੇ ਨੇ ਜਨਾਬ ਤੈਮੂਰ ਅਫਗਾਨੀ ਸਾਹਿਬ। अस्सलाम वालेकुम सर, पहले तो बहुत शुक्रिया तुसी उर्दू पॉइंट आए तो असी ताड़ा शुक्रगुजार हाँ, मेहरबानी। और तुसी ठीक ठाक हो, खैरियत है जी? बिस्मिल्लाह जी, बिस्मिल्लाह रहमान रहीम। जनाब चांद शकील साहब और सारे वेखने वालों मैं पीर वारिस शाह दी नगरी वालों अस्सलाम वालेकुम पेश करना। वालेकुम अस्सलाम। और सब नूं मुहब्बत नाल सलाम पेश करना जी। और ये बड़ा खूबसूरत सिलसिला तुसी शुरू किया है, मेहरबानी। ਇਹਦੇ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਵਧਾਈਆਂ ਜੀ। ਅੱਛਾ ਤੈਮੂਰ ਸਾਹਿਬ, ਤੁਸੀਂ ਪਹਿਲੇ ਇਹ ਦੱਸੋ ਕਿ ਕਦੋਂ ਤੋਂ ਤੁਸੀਂ ਗਾਣਾ ਸ਼ੁਰੂ ਕੀਤਾ? ਮਾਸ਼ਾਅੱਲਾ ਤੁਸੀਂ ਇੰਨਾ ਖੂਬਸੂਰਤ ਤਰੀਕੇ ਦੇ ਨਾਲ, ਮੈਂ ਤੁਹਾਨੂੰ ਖੁਦ ਵੀ ਜਿਹੜਾ ਉਹ ਸੁਣਿਆ ਬਲਕਿ ਇੱਕ ਦੋ ਪ੍ਰੋਗਰਾਮ ਦੇ ਵਿੱਚ। ਤੇ ਜਦੋਂ ਤੁਸੀਂ ਗਾ ਰਹੇ ਹੁੰਦੇ ਹੋ ਸੂਫੀਆ ਕਰਾਮ ਦੇ ਕਲਾਮ ਨੂੰ, ਹਰ ਪਾਸੇ ਇਸ ਤਰ੍ਹਾਂ ਜਿਸ ਤਰ੍ਹਾਂ ਖਾਮੋਸ਼ੀ, ਲੋਕ ਚੁੱਪ ਕਰਕੇ ਸੁਣ ਰਹੇ ਹੁੰਦੇ ਨੇ। ਕੁਛ ਤੇ ਉਹ ਕਲਾਮ ਦੀ ਤਾਕਤ ਹੈ, ਕੁਛ ਤੁਹਾਡੇ ਅੰਦਰ ਵੀ ਜਦੋਂ ਯਾਨੀ ਕਿ ਤੁਸੀਂ ਇੱਕ ਪੂਰਾ ਹੱਕ ਅਦਾ ਕਰ ਦਿੰਦੇ ਹੋ। ਤੁਸੀਂ ਇਹ ਕਦੋਂ ਤੋਂ ਗਾ ਰਹੇ ਹੋ ਔਰ ਕਿਸ ਤਰ੍ਹਾਂ? ਹਾਂਜੀ, ਮੈਂ ਜੰਡਿਆਲਾ ਸ਼ੇਰ ਖਾਨ 'ਚ ਵੇਖਦਾ ਸਾਂ ਬਚਪਨ 'ਚ ਹੀ। ਉੱਥੇ ਮੇਲੇ ਲੱਗਦੇ ਸਨ। ਹੁਣ ਵੀ ਇੱਕ ਪਾਕਿਸਤਾਨ ਦਾ ਇੱਕ ਵੱਡਾ ਮੇਲਾ ਹੈ, ਉਹ ਬਾਬਾ ਵਾਰਿਸ ਸ਼ਾਹ ਜੀ ਦਾ ਮੇਲਾ ਹੈ। ਤੇ ਉਹ ਮੈਨੂੰ ਉੱਥੋਂ ਤਹਿਰੀਕ ਪੈਦਾ ਹੋਈ। ਮੇਰੇ ਵੱਡੇ ਭਾਈ ਨੇ ਪੀਰ ਫਕੀਰ ਵੀਰ ਸਿਪਾਹੀ, ਹਾਂ ਪੰਜਾਬੀ ਦੇ ਬੜੇ ਖੂਬਸੂਰਤ ਸ਼ਾਇਰ ਨੇ ਔਰ ਬੜੇ ਦਬੰਗ ਲਹਿਜਾ ਉਹਨਾਂ ਦਾ। ਉਹਨਾਂ ਮੈਨੂੰ ਪੁੱਛਿਆ, ਯਾਰ ਤੈਨੂੰ ਹੀਰ ਵਾਰਿਸ ਸ਼ਾਹ ਜ਼ੁਬਾਨੀ ਯਾਦ ਹੈ? ਉਹ ਬਾਬਾ ਜੀ ਦੇ ਦਰਗਾਹ 'ਤੇ ਜਦੋਂ ਜਾਓ ਨਾ ਤਾਂ ਉਹਨਾਂ ਦੇ ਮੱਥੇ 'ਤੇ ਔਰ ਦੀਗਰ ਦਾएं ਬਾएं ਨਾ ਕੁਛ ਸ਼ੇਰ ਲਿਖੇ ਨੇ, ਇੱਕ ਲਾਈਨਾਂ ਲਿਖੀਆਂ। ਜੀ ਜੀ। ਉਹ ਮੈਨੂੰ ਸਾਰੀਆਂ ਯਾਦ। ਮੈਂ ਕਿਹਾ ਜੀ ਮੈਨੂੰ ਉਸ ਲਾਈਨਾਂ ਸਿਰਫ ਆਉਂਦੀਆਂ ਨੇ। ਉਹਨਾਂ ਪੂਰਾ ਬੰਦ, ਉਦੋਂ ਮੈਂ ਤੀਸਰੀ ਜਾਂ ਚੌਥੀ ਕਲਾਸ ਪੜ੍ਹਦਾ ਸੀ ਅਤੇ ਬਾਬਾ ਜੀ ਦਾ ਮੇਲਾ ਚੱਲ ਰਿਹਾ ਸੀ ਵਾਰਿਸ ਸ਼ਾਹ ਸਰਕਾਰ ਦਾ। ਅਤੇ ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਕੁਛ ਦੋ ਚਾਰ ਲਾਈਨਾਂ। ਉਹਨਾਂ ਕਹਿੰਦੇ ਮੈਨੂੰ ਸੁਣਾਓ। ਮੈਂ ਸੁਣਾਇਆ ਉਹਨਾਂ ਨੂੰ ਅਤੇ ਉਹਨਾਂ ਨੇ ਫਿਰ ਮੈਨੂੰ ਇਸ ਤਰ੍ਹਾਂ ਚੁੱਕ ਕੇ ਤੇ ਸਟੇਜ 'ਤੇ ਖੜਾ ਕਰਤਾ। ਅਤੇ ਉੱਥੋਂ ਫਿਰ ਮੇਰਾ ਆਗਾਜ਼ ਹੋਇਆ। ਮੈਂ ਸੁਣਾਇਆ, ਕਲਾਮ ਸੁਣਾਇਆ। ਉਹਨਾਂ ਨੇ ਮੈਨੂੰ ਫਿਰ ਪੱਗ ਬੰਨੀ, ਮੈਨੂੰ ਉਹਨਾਂ ਨੇ ਕਿਤਾਬ ਦਿੱਤੀ ਵਾਰਿਸ ਸ਼ਾਹ ਦੀ, ਕੁਛ ਕੈਸ਼ ਪ੍ਰਾਈਜ਼ ਦਿੱਤਾ। ਉਸ ਤੋਂ ਫਿਰ ਮੈਂ ਜਿਹੜਾ ਵਾਰਿਸ ਸ਼ਾਹ ਜੀ ਦੇ ਸਮਝ ਲਓ ਦਰਬਾਰ ਦਾ ਇੱਕ ਮਲੰਗ ਹਾਂ ਔਰ ਮੇਰੀ ਉੱਥੇ ਡਿਊਟੀ ਹੈ ਔਰ ਇਹ ਮੇਰੀ ਇੱਕ ਸੈਟਿਸਫੈਕਸ਼ਨ ਵੀ ਹੈ। ਮੈਂ ਉੱਥੇ ਬਾਬਾ ਜੀ ਦੇ ਆਉਣ ਵਾਲੇ ਮੁਹੱਬਤ ਜਿਹੜੇ ਕਰਨ ਵਾਲੇ ਉਹਨਾਂ ਦੇ ਅਕੀਦਤਮੰਦ ਨੇ ਪੂਰੀ ਦੁਨੀਆ 'ਚ ਜਿੱਥੇ ਨੇ, ਉਹ ਆਉਂਦੇ ਨੇ ਅਤੇ ਮੈਨੂੰ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਵਿਚਾਰ ਸਾਂਝੇ ਕਰਕੇ ਬੜਾ ਮਜ਼ਾ ਆਉਂਦਾ ਹੈ। ਔਰ ਵੈਸੇ ਵੀ ਪਾਕਿਸਤਾਨ ਭਾਰਤ 'ਚ ਜਾਂਦੇ ਰਹੀਦਾ ਹੈ, ਜਿੱਥੇ ਵੀ ਕੋਈ ਪਿਆਰ ਨਾਲ ਮੁਹੱਬਤ ਨਾਲ ਬੁਲਾਉਂਦਾ ਹੈ ਉੱਥੇ ਲਾਜ਼ਮੀ ਜਾਈਦਾ ਹੈ ਔਰ ਉਹਨਾਂ ਦੀ ਜਾ ਕੇ ਮੁਹੱਬਤ ਦੇ ਵਿੱਚ ਸ਼ਰੀਕ ਹੋਈਦਾ ਉਹਨਾਂ ਦੇ ਨਾਲ। ਅਤੇ ਬਾਕੀ ਸਕੂਲ 'ਚ ਜਦੋਂ ਮੈਂ ਦਾਖਲ ਹੋਇਆ ਉੱਥੇ ਫਿਰ ਜਿਹੜਾ ਕੰਪੀਟੀਸ਼ਨ ਵਗੈਰਾ ਹੁੰਦੇ ਸਨ, ਮਿਲੀ ਨਗਮੇ ਵਗੈਰਾ ਔਰ ਨਾਤ ਖਾਨੀ ਦੇ, ਉਹਨਾਂ 'ਚ ਮੈਂ ਹਿੱਸਾ ਲੈਂਦਾ ਸਾਂ। ਆਪਣੇ ਸਕੂਲ ਦੀ ਨੁਮਾਇੰਦਗੀ ਕਰਨਾ, ਸਿਰਫ ਨੁਮਾਇੰਦਗੀ ਕਰਨਾ ਬਲਕਿ ਪ੍ਰਾਈਜ਼ ਵਿਨਰ ਵੀ ਰਿਹਾ। ਔਰ 6ਵੀਂ ਤੋਂ ਲੈ ਕੇ 10ਵੀਂ ਤੱਕ ਅਸੀਂ, ਮੇਰਾ ਇੱਕ ਕਜ਼ਨ ਹੁੰਦਾ ਸੀ ਵਾਜਿਦ ਸੁਹੇਲ ਉਹਦਾ ਨਾਂ ਹੈ, ਅਸੀਂ ਦੋਨੋਂ ਜਿਹੜਾ ਨਾ ਅਸੀਂ ਸੁਬਹ ਦੇ ਟਾਈਮ ਜਿਹੜੀ ਅਸੈਂਬਲੀ ਹੁੰਦੀ ਸੀ ਨਾ ਉਹਦੇ 'ਚ ਅਸੀਂ ਨਾਤ ਪੜ੍ਹਦੇ ਸਾਂ ਔਰ ਮਿਲੀ ਨਗਮਾ ਔਰ ਉਸ ਤੋਂ ਇਲਾਵਾ ਔਰ ਲੱਭੇ ਆਤੀ ਹੈ ਦੁਆ ਬਣ ਕੇ ਉਹ ਵਾਲੀ, ਔਰ ਉਸ ਤੋਂ ਬਾਅਦ ਕੌਮੀ ਤਰਾਨਾ ਜਿਹੜਾ ਇਹ ਸਾਡਾ ਡੇਲੀ ਦਾ ਰੂਟੀਨ ਹੁੰਦੀ ਸੀ। ਉਸ ਤੋਂ ਬਾਅਦ ਸਕੂਲ ਦੇ ਮੁਖਤਲਿਫ ਜਿਹੜੀ ਤਕਰੀਬਾਤ ਹੁੰਦੀਆਂ ਸਨ ਪੰਜਾਬ ਭਰ 'ਚ ਸਾਨੂੰ ਇਨਵਾਈਟ ਕੀਤਾ ਜਾਂਦਾ ਸੀ ਅਤੇ ਉਹ ਫਿਰ ਸਿਲਸਿਲਾ ਜਿਹੜਾ ਉਹ ਨਾਲ ਨਾਲ ਚੱਲ ਰਿਹਾ ਅਜੇ ਤੱਕ। ਅੱਛਾ, ਯਾਨੀ ਕਿ ਬਚਪਨ ਤੋਂ ਹੀ ਗਾਣਾ ਜਿਹੜਾ ਸਕੂਲ ਜਦੋਂ ਜਾਂਦੇ ਸੀ ਉਦੋਂ ਵੀ ਗਾਉਂਦੇ ਰਹੇ। ਅੱਛਾ, ਅੱਜ ਤੁਸੀਂ ਵਾਰਿਸ ਸ਼ਾਹ ਦਾ ਸਾਨੂੰ ਕਿਹੜਾ ਕਲਾਮ ਕੀ ਸੁਣਾ ਰਹੇ ਹੋ? ਬਾਬਾ ਵਾਰਿਸ ਸ਼ਾਹ ਜੀ ਦੀ ਸਾਰੀ ਸ਼ਾਇਰੀ ਜਿਹੜੀ ਉਹ ਸੁਣਨ ਔਰ ਪੜ੍ਹਨ ਦੇ ਕਾਬਲ ਹੈ। ਜਿੱਥੋਂ ਵੀ ਉਹਨੂੰ ਪੜ੍ਹੋ ਉਹਦਾ ਇੱਕ ਖਾਸ ਰੰਗ ਹੈ ਔਰ ਇੱਕ ਖਾਸ ਉਹਦੀ ਕੈਫੀਅਤ ਹੈ। ਅਤੇ ਮੈਂ ਤੁਹਾਨੂੰ ਕੁਛ ਆਪਣੇ ਮੁਹੱਬਤ ਨਾਲ ਕੁਛ ਸ਼ੇਰ ਪੇਸ਼ ਕਰਾਂਗਾ ਜਿਹੜੇ ਕਿ ਬਹੁਤ ਹੀ ਸੁਣੇ ਗਏ ਨੇ ਔਰ ਪੜ੍ਹੇ ਵੀ ਗਏ ਨੇ। ਉਹਨਾਂ 'ਚੋਂ ਚੰਦ ਅਸ਼ਾਰ ਜਿਹੜੇ ਨੇ ਮੈਂ ਤੁਹਾਡੀ ਸੁਣਨ ਵਾਲਿਆਂ ਦੀ ਔਰ ਤੁਹਾਡੀ ਨਜ਼ਰ ਕਰਨਾ ਜੀ। ਮਾਣਮਤੀਏ ਰੂਪ
गुमान परिए माणमती रूप गुमान परिए अठ खिलिए छैल छबीलिए आशक पौर फकीर ते नांग काले बाज मंत्रों मूल ना के लिए नी ए जो बना ठग बाजार दाई ए जोबड़ा ठग बाजार दाई टूणे हार ये रंग रंगी तेरे पलंग दा रंग ना रूप कटिया ना कर शोदिया नाल बखेलिए नी असी तुसानू वेख के मस्त होए तुसी हो गयो वांग तहसीलिए नी वारस शाह बिन कार दो ज़िबा करिए बोल नाल जुबान रसीलिए नी बहुत खूबसूरत तैमूर भाई, बहुत ही यकीनन नाज़रीन मैं जिस तरह तुहानू कह रहा सी कि तुसी सुनोगे तो तुसी भी हैरान रह जाओगे, माशाल्लाह ज़रूर सलाओगे और बहुत ही खूबसूरत तरीके दे नाल गाया। और माशाल्लाह तैमूर भाई तुसी हर पासे ਜਿਹੜਾ ਸੀ ਨਾ मैं मस्त ਜਿਹਾ ਹੋ ਗਿਆ ਸੀ ਅੱਖਾਂ ਬੰਦ ਕਰਕੇ ਨਾ ਬੜੇ ਸਰੂਰ ਦੇ ਨਾਲ ਔਰ ਕਮਾਲ ਕੀਤਾ। ਇਸ ਲਈ ਤੁਹਾਡੀ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਔਰ ਸੂਫੀਆ ਦੇ ਨਾਲ ਜਿਹੜੀ ਮੁਹੱਬਤ ਹੈ ਨਾ ਉਹਦਾ ਸਬੂਤ ਸੀ ਜਿਹੜਾ ਅਸੀਂ ਪੇਸ਼ ਕਰ ਰਹੇ ਬਿਲਕੁਲ ਬਿਲकुल बहुत ही खूबसूरत, बहुत ही अच्छा, बहुत ही अच्छा। अच्छा तैमूर भाई ਤੁਸੀਂ ਜਿਹੜਾ ਸੂਫੀਆ ਕਰਾਮ ਦਾ ਕਲਾਮ ਕਿਸ ਤਰ੍ਹਾਂ ਤੁਹਾਡੇ ਭਾਈ ਵੀ ਮਾਸ਼ਾਅੱਲਾ ਪੰਜਾਬੀ ਜ਼ੁਬਾਨ ਦੇ ਉੱਚ ਪੱਧਰ ਦੇ ਸ਼ਾਇਰ ਨੇ, ਬਹੁਤ ਹੀ ਉਹਨਾਂ ਦਾ ਕਲਾਮ ਜਿਹੜਾ ਉਹ ਸਲਾਹਿਆ ਜਾਂਦਾ ਹੈ। ਤੁਸੀਂ ਉਹ ਕਿਸ ਪ੍ਰਾਈਡ ਆਫ ਪੰਜਾਬ ਅਵਾਰਡ ਵੀ ਮਿਲਿਆ ਪਿਲਾਕ ਵੱਲੋਂ, ਪੰਜਾਬ ਇੰਸਟੀਚਿਊਟ ਵੱਲੋਂ ਜਿਹੜਾ ਬਹੁਤ ਸ਼ੁਕਰੀਆ ਕਿ ਉਹਨਾਂ ਨੂੰ ਇਨਾਮ ਵਾਸਤੇ ਨਾਮਜ਼ਦ ਕੀਤਾ। ਜੀ ਜੀ, ਉਹਨਾਂ ਦੀ ਬੜੀਆਂ ਕਾਵਿਸ਼ਾਂ ਨੇ ਜੀ। ਤੇ ਤੁਸੀਂ ਕਿਸ ਤਰ੍ਹਾਂ ਆਏ? ਮੈਂ ਬੇਸਿਕਲੀ ਜਿਵੇਂ ਤੁਹਾਨੂੰ ਪਹਿਲੇ ਅਰਜ਼ ਕਰ ਰਿਹਾ ਸਾਂ ਕਿ ਬਾਬਾ ਵਾਰਿਸ ਸ਼ਾਹ ਜੀ ਦਾ ਜਿਹੜਾ ਜਾਦੂ ਹੈ, ਜਿਹੜਾ ਉਹਨਾਂ ਦਾ ਕਲਾਮ ਹੈ, ਜਿਹੜੀ ਉਹਨਾਂ ਦੀ ਸਹਿਰ ਅੰਗੇਜ਼ੀ ਹੈ, ਉਹ ਮੇਰਾ ਘਰ ਬਿਲਕੁਲ ਬਾਬਾ ਵਾਰਿਸ ਸ਼ਾਹ ਦੀ ਦੀਵਾਰ ਦੇ ਨਾਲ ਹੀ ਮੇਰਾ ਘਰ ਹੈ। ਤੇ 24 ਘੰਟੇ ਜਿ ਸਮਝ ਲਓ 23 ਘੰਟੇ ਸਾਡੇ ਉੱਥੇ ਹੀ ਗੁਜ਼ਰਦੇ ਨੇ। ਗਵਾਂਢੀ ਹੋਏ ਤੁਸੀਂ? ਅਸੀਂ ਤੇ ਗਵਾਂਢੀ ਬੜੇ ਖੁਸ਼ਕਿਸਮਤ ਹੋ ਤੁਸੀਂ। ਤੇ ਉਹ ਬਾਬਾ ਜੀ ਦੀ ਉਹ ਜਿਹੜੀ ਇੱਕ ਸ਼ਾਇਰੀ ਦੇ ਵਿੱਚ ਇੱਕ ਮੁਹੱਬਤ ਹੈ, ਇੱਕ ਪਿਆਰ ਹੈ, ਇੱਕ ਅਮਨ ਹੈ, ਅਸੀਂ ਉਹਦੇ ਕਲਾਮ ਵਿੱਚੋਂ ਬਾਹਰ ਨਹੀਂ ਨਿਕਲੇ ਸਾਂ ਕਿ ਇੱਕ ਹੋਰ ਇੱਕ ਵੱਡੇ ਬਜ਼ੁਰਗ ਜਿਹੜੇ ਨਾਲ ਹੀ ਸਾਡੇ ਪਿੰਡ ਦੇ ਨਾਲ ਹੀ ਪਿੰਡ ਹੈ ਕੜਿਆਲ ਕਲਾਂ, ਅਲਾਮਾ ਡਾਕਟਰ ਸਈਦ ਪੀਰ ਤਨਵੀਰ ਬੁਖਾਰੀ, ਉਹਨਾਂ ਦੇ ਨਾਲ ਜਦੋਂ ਮੁਲਾਕਾਤ ਹੋਈ ਬਸ ਅਸੀਂ ਜੋ ਉਸੇ ਚੱਕਰ ਜੀ ਬਸ ਘੁੰਮ ਰਹੇ ਹਾਂ। ਵਾਰਿਸ ਸ਼ਾਹ ਤੇ ਤਨਵੀਰ ਬੁਖਾਰੀ ਤੇ ਘਰ 'ਚ ਵੀਰ ਸਿਪਾਹੀ ਹੈ
ਤੇ ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹਨਾਂ ਦਾ ਨਾਮ ਮੁਨੀਰ ਜ਼ਮਾਨ ਖਾਨ ਸੀ, ਉਹ ਵੀ ਬੜੇ ਅੱਛੇ ਸ਼ਾਇਰ ਵੀ ਸਨ ਔਰ ਸੂਫੀਆ ਦੇ ਨਾਲ ਉਹਨਾਂ ਦੀ ਬੜੀ ਮੁਹੱਬਤ ਔਰ ਅਕੀਦਤ ਸੀ। ਉਹ ਖੁਦ ਲਿਖਦੇ ਵੀ ਸਨ, ਸ਼ਾਇਰ ਵੀ ਸਨ ਔਰ ਅਸਲ ਵਿੱਚ ਉਹਨਾਂ ਕੋਲੋਂ ਸਾਨੂੰ ਜਿਹੜਾ ਹੈ ਇਹ ਜਿਹੜੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਇਹ ਰਸਤੇ ਤੇ ਜਿਹੜਾ ਅਸੀਂ ਟੁਰੇ ਹਾਂ ਇਹ ਉਹਨਾਂ ਦੀ ਵਜ੍ਹਾ ਤੋਂ ਔਰ ਤਨਵੀਰ ਬੁਖਾਰੀ ਦੀ ਵਜ੍ਹਾ ਤੋਂ, ਜਿਹੜੇ ਮੈਂ ਜਿਨ੍ਹਾਂ ਨੂੰ ਅੱਜ ਕੱਲ੍ਹ ਮੌਜੂਦਾ ਸੈਯਦ ਵਾਰਿਸ ਸ਼ਾਹ, ਜੇ ਕਿਸੇ ਵਾਰਿਸ ਸ਼ਾਹ ਵੇਖਣਾ ਤਾਂ ਸੈਯਦ ਤਨਵੀਰ ਬੁਖਾਰੀ ਨੂੰ ਵੇਖ ਸਕਦਾ, ਜਿਹੜੇ ਇੱਕ ਦੂਰ ਦਰਾਜ਼ ਪਿੰਡ 'ਚ ਰਹਿ ਕੇ ਕਿਸੇ ਉਹਨਾਂ ਨੂੰ ਸ਼ੋਹਰਤ ਦੀ ਲਾਲਚ ਨਹੀਂ ਕਿ ਮੈਂ ਟੀਵੀ ਤੇ ਆਵਾਂ, ਕਿਸੇ ਮੀਡੀਆ ਤੇ ਆਵਾਂ, ਮੇਰੀ ਬੜੀ ਨਾਮਨਾ ਹੋਵੇ, ਲੋਕ ਮੇਰੀ ਬੜੀ ਵਾਹ ਵਾਹ ਕਰਨ, ਔਰ ਉਹ ਬਸ ਇੱਕ ਆਪਣੇ ਹੁਜਰੇ 'ਚ ਬਹਿ ਕੇ ਆਪਣੀ ਜ਼ਿੰਦਗੀ ਔਰ ਬੜੇ ਇੱਕ ਐਕਟਿਵਲੀ ਜ਼ਿੰਦਗੀ, ਇੱਕ ਨਹੀਂ ਕਿ ਖਾਨਗਾਹੀ ਨਿਜ਼ਾਮ ਜਿਹੜਾ ਸਾਡਾ ਨਾ ਜੀ ਉਹ ਇੱਕ ਹੈ ਕਿ ਬਸ ਬੈਠੇ ਹੋ ਲੰਗਰ ਔਰ ਨਜ਼ਰਾਨੇ ਚੜਾਵੇ ਆ ਰਹੇ, ਬਿਲਕੁਲ ਨਹੀਂ। ਉਹ ਆਪਣੀ ਜ਼ਿੰਦਗੀ, ਉਹ ਕਹਿੰਦੇ ਨੇ ਚੋਰਾਕਾਰੀ ਦੀ ਰੋਤੇ ਬੜੀ ਅੱਜ ਕੱਲ੍ਹ, ਨਹੀਂ ਚਾਹੀਦਾ ਘਰ ਵਿੱਚ ਮਾਲ ਰੱਖਣਾ ਤੇ ਦਿਲ ਯਾਰ ਦੇ ਜਮ੍ਹਾਂ ਕਰਾ ਦਿੱਤਾ, ਆਪੇ ਪਵੇਗਾ ਉਹਨੂੰ ਖਿਆਲ ਰੱਖਣਾ। ਵਾਹ ਵਾਹ ਵਾਹ, ਬਿਲਕੁਲ ਬਿਲਕੁਲ, ਦਿਲ ਕਿਸੇ ਨੂੰ ਦੇ ਦਈਏ ਤੇ ਆਪੇ ਉਹ ਦਿਲ ਦੇ ਬੈਠੇ ਨੇ ਬਸ ਉਹ ਆਪਣੇ ਮੁਰਸ਼ਦ ਨੂੰ, ਤੇ ਉਹ ਆਪਣੇ ਮੁਰਸ਼ਦ ਦੇ ਉੱਥੇ ਇੱਕ ਸੇਵਕ ਬਣ ਕੇ ਬੈਠੇ ਨੇ। ਅਸੀਂ ਵੀ ਜਾ ਕੇ ਕਿਸੇ ਵਕਤ ਉਹਨਾਂ ਦੀ ਜ਼ਿਆਰਤ, ਉਹਨਾਂ ਦੀ ਕਦਮਬੋਸੀ ਕਰਨ ਦਾ ਸਾਨੂੰ ਸ਼ਰਫ ਹਾਸਲ ਹੁੰਦਾ ਰਹਿੰਦਾ ਔਰ ਸਾਨੂੰ ਇਹ ਬੜੀ ਸਾਡੀ ਫਖਰ ਨਾਲ ਕਹਿ ਸਕਦੇ ਹਾਂ ਕਿ ਅਸੀਂ ਇੱਕ ਵੱਡੇ ਦਰਵੇਸ਼ ਦੀ ਜਿਹੜਾ ਕਦਮਬੋਸੀ ਜਾ ਕੇ ਕਰਨੇ ਆ। ਬਾਬਾ ਵਾਰਿਸ ਸ਼ਾਹ ਜੀ ਦੇ ਕੋਲ ਹੀ ਰਹਿੰਦੇ ਹਰ ਵਕਤ, ਉਹਨਾਂ ਦੀ ਤੇ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਨਜ਼ਰ ਕਰਮ ਹੈ ਬਾਬਾ ਜੀ ਦੀ। ਔਰ ਜਿੱਥੇ ਜਿੱਥੇ ਵੀ ਦੁਨੀਆ ਭਰ 'ਚ ਪੰਜਾਬੀ ਬੋਲਣ ਵਾਲੇ, ਪੰਜਾਬੀ ਸਮਝਣ ਵਾਲੇ ਔਰ ਪੰਜਾਬੀ ਪਿਆਰ ਕਰਨ ਵਾਲੇ, ਪੰਜਾਬੀ ਜ਼ੁਬਾਨ ਨਾਲ ਪਿਆਰ ਕਰਨ ਵਾਲੇ ਬੈਠੇ ਨੇ, ਉਹਨਾਂ ਸਾਡੇ ਵਾਸਤੇ ਸਾਰੇ ਮੁਹਤਰਮ ਨੇ, ਸਭ ਨੂੰ ਅਸੀਂ ਸਲਾਮ ਪੇਸ਼ ਕਰ ਲਏ। ਅੱਛਾ, ਮੈਂ ਚੂੰਕਿ ਕੈਫੀਅਤ ਜੀ ਮੈਂ ਚਾਹੁੰਦਾ ਵਾ ਥੋੜਾ ਜਿਹਾ ਤੁਸੀਂ ਜਿਹੜਾ ਨਾ ਉਹ ਕਲਾਮ ਸਾਨੂੰ ਹੋਰ ਸੁਣਾਓ। ਉਹ ਇੱਕ ਜਗ੍ਹਾ ਤੇ ਮੰਜ਼ਰ ਹੈ ਕਿ ਰਾਂਝਾ ਜੋਗੀ ਦੇ ਰੂਪ ਵਿੱਚ ਬੈਠਾ ਹੈ। ਹਾਂ, ਉਹ ਜਿੱਥੇ ਕਿਧਰੇ ਕੋਈ ਫਕੀਰ ਜਾਂ ਕੋਈ ਦਰਵੇਸ਼ ਬੈਠਾ ਹੁੰਦਾ ਨਾ, ਉਹ ਕਲਚਰ ਇਹ ਕਿ ਔਰਤਾਂ ਬਹੁਤ ਜ਼ਿਆਦਾ ਉੱਥੇ ਪਹੁੰਚਦੀਆਂ ਨੇ ਤਵੀਜ਼ ਧਾਗਾ ਔਰ ਦੁਆ ਕਰਨ ਲਈ ਔਰ ਦਮ ਝਾੜਾ ਕਰਾਉਣ ਲਈ। ਉਹਨਾਂ ਦੇ ਕੋਲ ਪਹੁੰਚੀਆਂ ਨੇ ਔਰਤਾਂ, ਔਰ ਫਕੀਰ ਦਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਰੀਅਲ ਫਕੀਰ ਹੈ ਉਹ ਜਾਨ ਛੁਡਾਉਂਦਾ, ਉਹ ਕਹਿੰਦਾ ਨਿਕਲੋ, ਮੈਨੂੰ ਮੇਰੀ ਕੈਫੀਅਤ ਦੇ ਵਿੱਚ ਰਹਿਣ ਦੇ। ਉਹ ਮੁਖਤਲਿਫ ਸਵਾਲ ਉਹਨੂੰ ਕਰ ਰਹੀਆਂ ਨੇ ਕਿ ਤੂੰ ਕੌਣ ਹੈ, ਤੇਰਾ ਕੀ ਬੈਕਗਰਾਉਂਡ ਹੈ, ਕਿੱਥੋਂ ਦਾ ਤੂੰ ਰਹਿਣ ਵਾਲਾ ਹੈ। ਉਹਨਾਂ ਨੂੰ ਕਿਸੇ ਤਰੀਕੇ ਨਾਲ ਨਾ ਜਵਾਬ ਵੀ ਦੇ ਰਿਹਾ ਔਰ ਉਹਨਾਂ ਨੂੰ ਯਾਨੀ ਕਿ ਉੱਥੋਂ ਕੋਸ਼ਿਸ਼ ਕਰ ਰਿਹਾ ਕਿ ਫੌਰਨ ਚਲੇ ਜਾਣ। ਉਹ ਦੋ ਚਾਰ ਲਾਈਨਾਂ ਬਾਬਾ ਵਾਰਿਸ ਸ਼ਾਹ ਜੀ ਨੇ ਔਰ ਰਾਂਝੇ ਦੀ ਜਿਹੜੀ ਉਹ ਮੰਜ਼ਰਕਸ਼ੀ ਕੀਤੀ। ਵਾਹ। ਰਾਂਝਾ ਖੁਦਾ ਖਿਆਲ ਨਾ ਪਵੋ ਮੇਰੇ, ਸੱਪ ਸ਼ੀ ਫਕੀਰ ਦਾ ਦੇਸ ਕਿਹਾ, ਕੂੰਜਾਂ ਵਾਂਗ ਮਮੋਲਿਆਂ ਦੇਸ ਛੱਡੇ। ਓ ਅਸਾਂ ਜ਼ਾਤ ਸਿਫਾਤ ਤੇ ਪੇਸ ਕਿਹਾ। ਉਹ ਕਹਿੰਦੇ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਨੂੰ ਸਾਕ ਕਬੀਲੜਾ ਖੇਸ਼ ਕਿਹਾ, ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ। ਓ ਦੁਨੀਆਦਾਰ ਹੈ ਉਹ ਦਰਵੇਸ਼ ਕੇ ਦੁਨੀਆ ਨਾਲ ਹੈ ਅਸਾਂ ਪੈਵੰਦ ਕਿਹਾ। ਹੋ
ਅਸਾਂ ਪੈਵੰਦ ਕਿਹਾ, ਪੱਥਰ ਜੋੜਨਾ ਨਾਲ ਸੁਰੇਸ਼ ਕਿਹਾ, ਸਭਾ ਖਾਕ ਦਰ ਖਾਕ ਫਨਾ ਹੋਣਾ। ਹੋ ਵਾਰਸ ਸ਼ਾਹ ਫਿਰ ਤਿਨ੍ਹਾਂ ਨੂੰ ਐਸ਼ ਕੇ जीते चाहता है तैमूर भाई होर सुनिया जाए, लेकिन वक्त का भी वक्त दा जिहड़ा ना वो ख्याल रखना पैंदा है। अच्छा ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਇੰਨਾ ਖੂਬਸੂਰਤ ਗਾਉਂਦੇ ਹੋ, ਇਹ ਕਿਸੇ ਕੋਲੋਂ ਸਿੱਖਿਆ ਬਕਾਇਦਾ, ਕੋਈ ਕਲਾਸ ਲਈ ਜਾਂ ਕੁਝ ਇਸ ਤਰ੍ਹਾਂ ਪੜ੍ਹਿਆ ਪੁੜਿਆ? ਮੇਰੀ ਬੜੀ ਖਾਹਿਸ਼ ਹੈ ਕਿ ਮੈਂ ਇਹਨੂੰ ਜਿਹੜਾ ਨਾ ਬਾਕਾਇਦਾ ਤੌਰ ਤੇ ਹਾਰਮੋਨੀਅਮ ਸਿੱਖਾਂ ਔਰ ਮੁਖਤਲਿਫ ਜਿਹੜੇ ਮਿਊਜ਼ਿਕ ਦੇ ਖਾਸ ਤੌਰ ਤੇ ਹਾਰਮੋਨੀਅਮ ਨੂੰ ਸਿੱਖਣ ਦਾ ਜ਼ਿਆਦਾ ਸ਼ੌਕ ਹੈ। ਲੇਕਿਨ ਇਹ ਕਿ ਮੇਰੇ ਵੱਡੇ ਭਾਈ, ਜਿਵੇਂ ਮੈਂ ਤੁਹਾਨੂੰ ਅਰਜ਼ ਕਰ ਰਿਹਾ ਸਾਂ, ਵੀਰ ਸਿਪਾਹੀ, ਮੇਰੇ ਵਾਲਦੇ ਗ੍ਰਾਮੀ ਬਾਬਾ ਮੁਨੀਰ ਜ਼ਮਾਨ ਹਾਂ ਅਲ ਮਾਰੂਫ ਬਾਬਾ ਸ਼ਾਹ ਮੁਨੀਰ, ਔਰ ਮੇਰੀ ਵਾਲਦਾ ਬਹੁਤ ਖੁਸ਼ ਇਲਹਾਨੀ ਦੇ ਨਾਲ ਜਿਹੜਾ ਨਾ ਕੁਰਾਨ ਪਾਕ ਦੀ ਤਿਲਾਵਤ ਕਰਦੇ ਸਨ। ਸੁਬਹ ਦੇ ਟਾਈਮ ਜਦੋਂ ਮੈਂ ਬਿਸਤਰੇ 'ਚ ਹੁੰਦਾ ਸਾਂ ਉਦੋਂ ਮੈਨੂੰ ਉਹਨਾਂ ਦੀ ਆਵਾਜ਼ ਆਉਂਦੀ ਸੀ ਕਿ ਉਹ ਕੁਰਾਨ ਪਾਕ ਪੜ੍ਹ ਰਹੇ ਹੁੰਦੇ ਸਨ, ਸੂਰਾ ਯਾਸੀਨ ਪੜ੍ਹ ਰਹੇ ਹੁੰਦੇ ਸਨ, ਦਰੂਦ ਤਾਜ ਪੜ੍ਹ ਰਹੇ ਹੁੰਦੇ ਸਨ, ਉਹ ਪੂਰੇ ਘਰ 'ਚ ਉਹਨਾਂ ਦੀ ਆਵਾਜ਼ ਗੂੰਜ ਰਹੀ ਹੁੰਦੀ ਸੀ। ਔਰ ਉਹਨੂੰ ਮੇਰੇ ਬੇਸਿਕ ਟੀਚਰ ਇਹੀ ਨੇ, ਮੇਰੀ ਵਾਲਦਾ, ਮੇਰੇ ਵਾਲਦ ਸਾਹਿਬ, ਜਿਹਨਾਂ ਨੂੰ ਮੈਂ ਸੁਣਦਾ ਸਾਂ। ਔਰ ਫਿਰ ਵੀਰ ਸਿਪਾਹੀ ਜਿਹੜੇ ਨੇ ਉਹ ਮੇਰੇ ਬੇਸਿਕ ਟੀਚਰ ਨੇ, ਤਨਵੀਰ ਬੁਖਾਰੀ ਮੇਰੇ ਟੀਚਰ ਨੇ। ਔਰ ਮੇਰਾ ਖੁਦ ਆਪਣੀ ਆਬਜ਼ਰਵੇਸ਼ਨ ਨਾਲ ਕੋਈ ਜਿਹੜੀ ਚੀਜ਼ ਮੈਨੂੰ ਅੱਛੀ ਲੱਗੇ, ਗੀਤ ਗਜ਼ਲ, ਕੋਈ ਉਹ ਆਪਣੀ ਜਿਹੜੀ ਨਾ ਸੈਟਿਸਫੈਕਸ਼ਨ ਲਈ, ਕਿਉਂਕਿ ਮੈਨੂੰ ਵੀ ਕੋਈ ਐਡਾ ਸ਼ੌਕ ਨਹੀਂ ਸੀ ਕਿ ਮੈਂ ਗੁਲੂਕਾਰ ਬਣਾ ਜਾਂ ਕੋਈ ਮੈਂ ਫਨਕਾਰ ਬਣਾ ਜਾਂ ਕੋਈ ਬੜਾ ਮੈਂ ਤੁਰਮ ਖਾਂ ਬਣਾ। ਅਬ ਕੋਈ ਸ਼ੌਕ ਨਹੀਂ ਸੀ ਮੈਨੂੰ ਕੋਈ, ਤੇ ਬਸ ਉਹ ਬਾਬਾ ਜੀ ਦੀ ਦਰਗਾਹ, ਵਾਰਿਸ ਸ਼ਾਹ ਜੀ ਦਾ ਕਲਾਮ, ਉਹਦੀ ਵਜ੍ਹਾ ਤੋਂ ਬਸ ਇੱਕ ਪਹਿਚਾਨ ਬਣੀ। ਉਹ ਫਿਰ ਜੰਡਿਆਲਾ ਸ਼ੇਰ ਖਾਂ, ਚੂँकि ਵਾਰਿਸ ਸ਼ਾਹ ਜੀ ਦੀ ਜਨਮ ਭੂਮੀ ਹੈ, ਉਹਦੀ ਵਜ੍ਹਾ ਤੋਂ ਫਿਰ ਇੱਕ ਬਚਪਨ ਗੁਜ਼ਾਰਿਆ ਉਹਦੇ ਆਲੇ ਦੁਆਲੇ, ਉਹਦਾ ਅਸਰ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ। ਅੱਛਾ, ਮੁਹੰਮਦ ਤੈਮੂਰ ਖਾਨ ਜੀ ਅਫਗਾਨੀ ਕਿਵੇਂ ਬਣ ਗਿਆ, ਕਦੋਂ ਬਣਿਆ? कई लोग ऐसे समझते हैं शायद वो खुद को हमलावर है अफगानी। तो वो मेरे जिवें मैं अर्ज कर रहा था तनवीर बुखारी साहब, उन्होंने को साडा आना जाना और उन्होंने महफिल बैठना बहुत ज़्यादा है। वो जो तनवीर बुखारी साहब को वीर सिपाही साहब गए ना, उन्होंने नाम भी तनवीर है, वीर सिपाही का नाम भी तनवीर है। उन्होंने कहा यार तू भी तनवीर है तो मैं भी तनवीर हाँ, उन्होंने कोई हल कढ़ी है, वो तू अपना तन जो है ना वो अलहदा कर दे, तनवीर। जिवें बाबा वारिस शाह ने फरमाया ना कि वारिस शाह महबूब नूं तदों पाइए जदों अपना आप गवा लईए। उन्हें कहा तन नूं अलहदा करेंगा तो विचों निकलेगा वीर, तो पुलिस का महकमा उहदे नाल जोड़ दे सिपाही नूं, तू बनेगा वीर सिपाही। तो मेरे नाल उन्होंने अफगानी का हिसाब करता कि तेरे बाबा अजदाद जिहड़े सन, मेरे बाबा अजदाद जिहड़े ने शेर खान सन, शेर खान और फतेह खान, वो अफगानिस्तान तो आए सन और आके उन्होंने इत्थे क्याम किया। इस जगह का नाम सी जंडा वाला, वो फिर जंडा वाला तो शेर खान की वजह जंडे आला शेर खान हो गया। उन्होंने मेरे नाल अफगानी का इजाफा करता। वैसे मेरा नाम मोहम्मद तैमूर खान है, तो तैमूर अफगानी, वो बाबा जी ने मेरे नाम अफगानी का इजाफा किया है। अच्छा, उधरों इजाफा हो जी बाबा जी तरफ। अच्छा नाज़रीन, जिस तरह कि तुसीं जानते हो वक्त का भी देखना पैंदा है ਉਹਨੂੰ। ਅਸੀਂ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਇੱਥੇ ਹੀ ਤੈਮੂਰ ਸਾਹਿਬ ਕੋਲੋਂ ਅਖੀਰ ਤੇ ਮੀਆਂ ਮੁਹੰਮਦ ਬਖਸ਼ ਦਾ ਕਲਾਮ ਸੁਣਾਂਗੇ, ਉਹਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਜੀ ਤੈਮੂਰ ਸਾਹਿਬ, ਜੀ ਮੀਆਂ ਸਾਹਿਬ ਦਾ ਕਲਾਮ। ਜੀ ਮੈਂ ਦੋ ਸ਼ੇਰ ਪੇਸ਼ ਕਰ ਦੇਣਾ। ਮੀਆਂ ਸਾਹਿਬ ਬਹੁਤ ਅਜ਼ੀਮ ਹਸਤੀ ਨੇ ਸਾਡੇ ਪੰਜਾਬ ਦੀ, ਪਾਕਿਸਤਾਨ ਦੀ ਬੱਲੇ ਬੜੇ ਸਗੀਰ ਦੀ ਇੱਕ ਅਜ਼ੀਮ ਹਸਤੀ ਨੇ। ਉਹਨਾਂ ਨੂੰ ਮੈਂ ਸਲਾਮ ਪੇਸ਼ ਕਰਨਾ, ਉਹਨਾਂ ਦੇ ਚਾਹਣ ਵਾਲਿਆਂ ਨੂੰ ਵੀ ਸਲਾਮ ਪੇਸ਼ ਕਰਨਾ। ਤੇ ਉਹ ਫਰਮਾਉਂਦੇ ਨੇ, हिजर तेरा जे पानी मंगे, हिजर तेरा जे पानी मंगे, ते मैं खून ना दे गेड़ा जी कर दे तैनू कोल बिठा के, ते मैं दर्द पुराने छेड़ा जी कर
ਤੈਨੂੰ ਕੋਲ ਬਿਠਾ ਕੇ ਤੇ ਮੈਂ ਦਰਦ ਪੁਰਾਣੇ ਛੇੜਾਂ। ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੇ ਤੇ ਜਿਸ ਦਿਨ ਫੇਰ ਮਿਲਾਂਗੇ।